ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ 768 ਦੇ ਪਿਆਰੇ ਦਰਸ਼ਕੋ, ਬ੍ਰੇਕ ਟਾਈਮ ਵਕਫਾ ਤੋਂ ਬਾਅਦ ਆਪ ਜੀ ਦਾ ਇੱਕ ਵਾਰ ਫੇਰ ਭਰਪੂਰ ਸਵਾਗਤ ਹੈ। ਜਿਆਨੂੰ ਪ੍ਰੋਗਰਾਮ ਵੌਇਸ ਆਫ ਸ਼ੌਕਸ਼ਰ ਦੇ ਦੂਸਰੇ ਹਿੱਸੇ ਵਿੱਚ ਅਸੀਂ ਹੁਣ ਸਿੱਖ ਚੈਨਲ ਤੋਂ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ 362ਵਾਂ ਗੁਰਗੱਦੀ ਦਿਵਸ ਮਨਾਵਾਂਗੇ, ਜੋ ਸਾਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ। ਸਭ ਤੋਂ ਪਹਿਲਾਂ ਸਿੱਖ ਚੈਨਲ ਦੇ ਪਿਆਰੇ ਦਰਸ਼ਕਾਂ ਤੇ ਸਾਰੇ ਸਾਮੀਨ ਨੂੰ ਲੱਖ ਲੱਖ ਵਧਾਈਆਂ ਤੇ ਕਰੋੜ ਕਰੋੜ ਮੁਬਾਰਕਾਂ। ਕਾਦਰ ਦੀ ਕੁਦਰਤ ਦਾ ਇਹ ਅਜੀਬ ਕ੍ਰਿਸ਼ਮਾ ਹੈ, ਜੋ ਕਮਾਲ ਹੀ ਕਮਾਲ ਹੈ ਕਿ ਕੁਝ ਰੱਬੀ ਰੂਹਾਂ ਇਸ ਦੁਨੀਆ ਵਿੱਚ ਆਈਆਂ ਤੇ ਬਹੁਤ ਹੀ ਛੋਟੀ ਉਮਰ ਵਿੱਚ, ਜਿਨ੍ਹਾਂ ਦੇ ਮਹਾਨ ਕਾਰਨਾਮੇ, ਵਡਿਆਈਆਂ ਅਤੇ ਦਲੇਰੀ ਦੇਖ ਕੇ ਦੁਨੀਆ ਦੰਗ ਰਹਿ ਗਈ। ਜਿਨ੍ਹਾਂ ਅਮਰ ਸ਼ਖਸੀਅਤਾਂ ਵਿੱਚ ਧਰੂ ਭਗਤ, ਹਕੀਕਤ ਰਾਏ 12 ਸਾਲ ਦੀ ਉਮਰ ਵਿੱਚ ਬਾਬਾ ਬੁੱਢਾ ਜੀ ਦੀਆਂ ਗੁਰੂ ਨਾਨਕ ਦੇਵ ਜੀ ਨਾਲ ਮਹਾਨ ਗੱਲਾਂ, ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਫਤਿਹ ਸਿੰਘ ਜੀ, ਸਿੱਖ ਕੌਮ ਦੇ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਪਾਵਨ ਪ੍ਰਕਾਸ਼, ਜਨਮ 7 ਜੁਲਾਈ ਸਨ 1656 ਈਸਵੀ ਨੂੰ ਸ੍ਰੀ ਕੀਰਤਪੁਰ ਸਾਹਿਬ ਵਿੱਚ ਗੁਰੂ ਹਰਾਏ ਸਾਹਿਬ ਦੇ ਘਰ ਮਾਤਾ ਕ੍ਰਿਸ਼ਨ ਕੌਰ ਜੀ ਤੋਂ ਹੋਇਆ। ਸਾਹਿਤ ਦੇ ਰਸੀਏ ਅਤੇ ਵਿਆਕਰਨ ਦੇ ਵਿਦਵਾਨ ਇਹ ਜਾਣ ਕੇ ਬੇਹੱਦ ਆਨੰਦਿਤ ਹੋਣਗੇ ਕਿ ਪਿਤਾ ਜੀ ਦੇ ਨਾਂ ਤੋਂ ਹਰ ਅਤੇ ਮਾਤਾ ਜੀ ਦੇ ਨਾਂ ਤੋਂ ਕ੍ਰਿਸ਼ਨ ਦੋਹਾਂ ਸ਼ਬਦਾਂ ਦੀ ਸੰਧੀ ਸਮਾਸ ਕਰਕੇ ਇਹ ਨਵਾਂ ਨਾਂ ਹਰ ਕ੍ਰਿਸ਼ਨ ਬਣਾਇਆ ਗਿਆ। ਬਈ ਵਾਹ! ਅੱਜ ਸਾਰੀ ਦੁਨੀਆ ਵਿੱਚ ਵਸਦੇ 30 ਮਿਲੀਅਨ ਸਿੱਖ ਹਾਰਦਿਕ ਵਧਾਈ ਦੇ ਪਾਤਰ ਹਨ। ਗੁਰੂ ਹਰਕ੍ਰਿਸ਼ਨ ਜੀ ਕੀਰਤਪੁਰ ਪ੍ਰਗਟੇ ਖਾਸ ਨਿਆਰੀ ਝਲਕ, ਗੁਰੂ ਹਰਾਏ ਮਾਤਾ ਕ੍ਰਿਸ਼ਨ ਕੌਰ ਦੇਖ ਝੱਲੀ ਨਾ ਜਾਏ ਪਲਕ, ਜਿਸ ਡਿਠੇ ਸਭ ਦੁੱਖ ਜਾਏ, ਬਾਲ ਗੁਰੂ ਜੀ ਦੀ ਅਨੋਖੀ ਢਲਕ, ਬੰਗਲਾ ਸਾਹਿਬ ਰੌਣਕਾਂ ਜ਼ਖਮੀ, ਜ਼ਿਮੀ ਸੀਸ ਝੁਕਾਵੇ ਹਲਕ। ਗੁਰੂ ਹਰਕ੍ਰਿਸ਼ਨ ਜੀ ਕੀਰਤਪੁਰ ਪ੍ਰਗਟੇ ਖਾਸ ਨਿਆਰੀ ਝਲਕ, ਗੁਰੂ ਹਰਾਏ ਮਾਤਾ ਕ੍ਰਿਸ਼ਨ ਕੌਰ ਦੇਖ ਝੱਲੀ ਨਾ ਜਾਏ ਪਲਕ, ਜਿਸ ਡਿਠੇ ਸਭ ਦੁੱਖ ਜਾਏ, ਬਾਲ ਗੁਰੂ ਜੀ ਦੀ ਅਨੋਖੀ ਢਲਕ, ਬੰਗਲਾ ਸਾਹਿਬ ਰੌਣਕਾਂ ਜ਼ਖਮੀ, ਜ਼ਿਮੀ ਸੀਸ ਝੁਕਾਵੇ ਹਲਕ। ਇੱਕ ਇਤਿਹਾਸਕ ਗੱਲ ਹੈ ਕਿ ਕਰੀਬ 8 ਸਾਲ ਦੀ ਉਮਰ ਦੇ ਬਾਲ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਸਮੇਂ ਦੇ ਕਰੂਰ ਹਾਕਮ ਔਰੰਗਜ਼ੇਬ ਨੂੰ ਆਪਣੇ ਸਿਧਾਂਤ ਅਨੁਸਾਰ ਦਰਸ਼ਨ ਨਹੀਂ ਦਿੱਤੇ। ਇਸ ਤੋਂ ਵੱਧ ਨਿਡਰਤਾ ਦੀ ਮਿਸਾਲ ਸੰਸਾਰ ਦੇ ਇਤਿਹਾਸ ਵਿੱਚ ਕਿਧਰੇ ਨਹੀਂ ਮਿਲਦੀ ਕਿ ਔਰੰਗਜ਼ੇਬ ਨੂੰ ਦਰਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ, ਜਦ ਕਿ ਉਹ ਬਾਹਰ ਦਰਵਾਜ਼ੇ ਤੇ 2 ਘੜੀਆਂ, ਅੱਜ ਦੇ ਹਿਸਾਬ ਨਾਲ ਇੱਕ ਘੜੀ 24 ਮਿੰਟ ਦੀ ਹੁੰਦੀ ਆ। ਸੋ ਇਸ ਹਿਸਾਬ ਨਾਲ ਤੁਸੀਂ ਕੈਲਕੂਲੇਟ ਕਰਕੇ ਦੇਖ ਲਓ। ਬਾਦਸ਼ਾਹ, ਸਮੇਂ ਦਾ ਬਾਦਸ਼ਾਹ ਔਰੰਗਜ਼ੇਬ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਬਾਹਰ ਦਰਵਾਜ਼ੇ ਤੇ 48 ਮਿੰਟ ਵੇਟ ਕਰਦਾ ਰਿਹਾ ਕਿ ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਹਨ, ਪਰ ਗੁਰੂ ਸਾਹਿਬ ਨੇ ਦਰਸ਼ਨ ਨਹੀਂ ਦਿੱਤੇ। ਉਸ ਦਾ ਕਾਰਨ ਅੱਗੇ ਚੱਲ ਕੇ ਦੱਸਾਂਗੇ। ਇਨਸਾਨੀ ਨਿਡਰਤਾ ਦੀ ਐਸੀ ਲਾਸਾਨੀ ਮਿਸਾਲ ਜੇ ਕਿਤੇ ਮਿਲਦੀ ਹੈ ਤਾਂ ਅੱਗੇ ਚੱਲ ਕੇ ਸ੍ਰੀ ਕਲਗੀਧਰ ਦੇ ਛੋਟੇ ਦੋਹਾਂ ਸਾਹਿਬਜ਼ਾਦਿਆਂ ਦੀ ਸੂਬਾ ਸਰਹੰਦ ਦੀ ਜ਼ਾਲਮਾਨਾ ਕਚਹਿਰੀ ਵਿੱਚੋਂ ਮਿਲਦੀ ਹੈ। ਖੈਰ, ਸਿੱਖ ਚੈਨਲ ਦੇ ਪਿਆਰੇ ਦਰਸ਼ਕੋ, ਆਓ ਬਾਬੂ ਫਿਰੋਜ਼ਦੀਨ ਸ਼ਰਫ ਜੀ ਦੀ ਸੁਨਹਿਰੀ ਕਲਮ ਤੋਂ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਸ਼ਾਨ ਵਿੱਚ ਇੱਕ ਇਤਿਹਾਸਕ ਨਜ਼ਮ ਸੁਣੀਏ। ਆਪ ਲਿਖਦੇ ਹਨ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਸ਼ਾਨ ਵਿੱਚ ਬਹੁਤ ਹੀ ਪਿਆਰੀ ਸ਼ਬਦਾਵਲੀ ਲਿਖਦੇ ਹਨ। ਗੱਲਾਂ ਵੱਡੀਆਂ ਵੱਡੀਆਂ ਉਮਰ ਛੋਟੀ, ਗੱਲਾਂ ਵੱਡੀਆਂ ਵੱਡੀਆਂ ਉਮਰ ਛੋਟੀ,
ਨਾਫੇ ਵਾਂਗ ਖੁਸ਼ਬੂ ਖਿਲਾਰ ਦਿੱਤੀ। ਚਾਰ ਚੰਨ ਗੁਰਿਆਈ ਨੂੰ ਲਾਏ ਸੋਹਣੇ, ਸਿੱਖ ਪੰਥ ਦੀ ਸ਼ਾਨ ਸਵਾਰ ਦਿੱਤੀ। ਜਿੱਧਰ ਨਿਗਾਹ ਪਵਿੱਤਰ ਦੀਵਾਨ ਛੱਡੇ, ਉਸੇ ਪਾਸਿਓਂ ਫਤਿਹ ਕਰਤਾਰ ਦਿੱਤੀ। ਮੁੜੀਆਂ ਸੰਗਤਾਂ ਪਿੱਛਾਂ ਪੰਜੋਖਰੇ ਤੋਂ, ਲੀਕ ਸਿਦਕ ਦੀ ਆਪ ਜਹੀ ਮਾਰ ਦਿੱਤੀ। ਗੀਤਾ ਅਰਥ ਸੁਣਵਾ ਕਹਾਰ ਕੋਲੋਂ। ਇੱਥੇ ਕਹਾਰ ਦਾ ਮਤਲਬ ਹੈ ਵਾਟਰ ਕੈਰੀਅਰ, ਯਾਨੀ ਭਾਈ ਛੱਜੂ ਜੀ। ਗੀਤਾ ਅਰਥ ਸੁਣਵਾ ਕਹਾਰ ਕੋਲੋਂ, ਪੰਡਤ ਹੋਰਾਂ ਦੀ ਤ੍ਰੇ ਉਤਾਰ ਦਿੱਤੀ। ਪਟਰਾਣੀ ਦੇ ਖੋਲ ਕੇ ਪੱਟ ਦਿਲ ਦੇ, ਬੈਠ ਪੱਟ ਤੇ ਅੰਸ ਦਾਤਾਰ ਦਿੱਤੀ। ਰਾਜਾ ਜੈ ਸਿੰਘ ਦੀ ਪਤਨੀ ਨੇ ਟੈਸਟ ਲਿਆ, ਇਮਤਿਹਾਨ ਲਿਆ ਕਿ ਸੱਚਮੁੱਚ ਇਹ ਕਰਨੀ ਵਾਲੇ ਹਨ, ਬੰਦਗੀ ਵਾਲੇ ਹਨ। ਤਾਂ ਉਹ ਅੱਗੇ ਚੱਲ ਕੇ ਕਹਾਣੀ ਆਏਗੀ ਕਿ ਉਹ ਟੈਸਟ ਵਿੱਚੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪਾਸ ਹੋਏ। ਇੱਥੇ ਇਸ਼ਾਰਾ ਹੈ, ਪਟਰਾਣੀ ਦੇ ਖੋਲ ਕੇ ਪੱਟ ਦਿਲ ਦੇ, ਬੈਠ ਪੱਟ ਤੇ ਅੰਸ ਦਾਤਾਰ ਦਿੱਤੀ। ਜਿਹੜੇ ਆਏ ਅਜ਼ਮਾਇਸ਼ਾਂ ਕਰਨ ਵਾਲੇ, ਬਾਜ਼ੀ ਜਿੱਤ ਕੇ ਉਹਨਾਂ ਨੂੰ ਹਾਰ ਦਿੱਤੀ। ਸ਼ਰਨ ਆ ਗਿਆ ਦਿਲੋਂ ਜੇ ਕੋਈ ਪਾਪੀ, ਭੁੱਲ ਉਸ ਦੀ ਮਨੋਂ ਵਿਸਾਰ ਦਿੱਤੀ। ਪਾਣੀ ਆਪਣੇ ਖੂਹੇ ਦਾ ਖੋਲ ਕੇ ਤੇ, ਬੇੜੀ ਡੁੱਬਦੀ ਦਿੱਲੀ ਦੀ ਤਾਰ ਦਿੱਤੀ। ਸ਼ਰਫ ਨਿੱਕੀ ਜਿਹੀ ਉਮਰ ਵਿੱਚ ਗੁਰੂ ਜੀ ਨੇ ਬਰਕਤ ਸੰਗਤਾਂ ਨੂੰ ਬੇਸ਼ੁਮਾਰ ਦਿੱਤੀ। ਆਖਰੀ ਲਾਈਨਾਂ ਵਿੱਚ ਪੂਰਾ ਨਾਂ ਹੈ ਬਾਬੂ ਫਿਰੋਜ਼ਦੀਨ ਸ਼ਰਫ। ਬਾਣੀ ਆਪਣੇ ਖੂਹੇ ਦਾ ਖੋਲ ਕੇ ਤੇ, ਬੇੜੀ ਡੁੱਬਦੀ ਦਿੱਲੀ ਦੀ ਤਾਰ ਦਿੱਤੀ। ਸ਼ਰਫ ਨਿੱਕੀ ਜਿਹੀ ਉਮਰ ਵਿੱਚ ਗੁਰੂ ਜੀ ਨੇ ਬਰਕਤ ਸੰਗਤਾਂ ਨੂੰ ਬੇਸ਼ੁਮਾਰ ਦਿੱਤੀ। ਗੁਰੂ ਹਰਕ੍ਰਿਸ਼ਨ ਸਾਹਿਬ 7 ਅਕਤੂਬਰ ਸਨ 1661 ਈਸਵੀ ਨੂੰ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਤੇ ਬਿਰਾਜਮਾਨ ਹੋਏ। ਗੁਰੂ ਹਰਕ੍ਰਿਸ਼ਨ ਸਾਹਿਬ ਦੇ ਅਲੌਕਿਕ ਜੀਵਨ ਨਾਲ ਸੰਬੰਧਿਤ ਇੱਕ ਬਹੁਤ ਪਿਆਰੀ ਤੇ ਦਿਲਚਸਪ ਸਾਖੀ ਮਿਲਦੀ ਹੈ। ਹੋਇਆ ਇਉਂ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਸੰਗਤਾਂ ਸਮੇਤ ਪੰਜਾਬ ਤੋਂ ਦਿੱਲੀ ਨੂੰ ਜਾ ਰਹੇ ਸਨ। ਰਸਤੇ ਵਿੱਚ ਪਿੰਡ ਪੰਜੋਖਰਾ, ਇੱਥੇ ਰਾਤ ਪੈ ਗਈ। ਹੁਣ ਉਹ ਅੰਬਾਲਾ ਸ਼ਹਿਰ ਦੇ ਲਾਗੇ ਛਾਗੇ ਪੈਂਦਾ ਹੈ। ਸਭਨਾ ਸੰਗਤਾਂ ਨੇ ਆਰਾਮ ਕਰਨ ਵਾਸਤੇ ਰਹਿਣ ਬਸੇਰਾ ਕੀਤਾ। ਹੁਣ ਇਸ ਸਥਾਨ ਤੇ ਆਲੀਸ਼ਾਨ ਗੁਰਦੁਆਰਾ ਪੰਜੋਖਰਾ ਸਾਹਿਬ ਸੁਭਾਇਮਾਨ ਹੈ। ਇਸ ਪਿੰਡ ਦੇ ਇੱਕ ਪੰਡਤ ਲਾਲ ਚੰਦ ਜੀ, ਜੋ ਵਿਦਵਾਨ ਬ੍ਰਾਹਮਣ ਸਨ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਇੱਥੇ ਆਏ ਹਨ, ਸੋ ਸੁਣੀ ਗੁਰੂ ਸਾਹਿਬ ਦੀ ਅਤੇ ਸਮੇਂ ਦੇ ਬਾਲ ਗੁਰੂ ਸਾਹਿਬ ਹੋਣ ਦੀ ਗੱਲ ਸੁਣੀ, ਤਾਂ ਹੰਗਤਾ ਕਾਰਨ ਉਸ ਨੂੰ ਇਹ ਗੱਲ ਹਜ਼ਮ ਨਹੀਂ ਹੋਈ। ਛੇਤੀ ਨਾਲ ਗੁਰਦਰਬਾਰ ਵਿੱਚ ਆਇਆ ਤੇ ਸੰਗਤਾਂ ਨੂੰ ਕਹਿਣ ਲੱਗਾ, ਮੈਂ ਕਿਹਾ ਨਾ ਤਾਂ ਕ੍ਰਿਸ਼ਨ ਰੱਖ ਲਿਆ, ਜੇ ਭਾਗਵਤ ਗੀਤਾ ਦੇ ਸ਼ਲੋਕਾਂ ਦੀ ਕਥਾ ਕਰਕੇ ਸੁਣਾਉਣ, ਅਸੀਂ ਤਾਂ ਮੰਨੀਏ। ਮਾੜੀ ਚੰਗੀ ਖਬਰ ਕਦੋਂ ਲੁਕਦੀ ਹੈ? ਜਦੋਂ ਸੰਗਤਾਂ ਰਾਹੀਂ ਇਹ ਗੱਲ ਗੁਰੂ ਹਰਕ੍ਰਿਸ਼ਨ ਸਾਹਿਬ ਤੱਕ ਪਹੁੰਚੀ ਤਾਂ ਹਜ਼ੂਰ ਨੇ ਕਿਹਾ, ਪੰਡਤ ਜੀ ਸ਼ੰਕਾ ਨਹੀਂ ਕਰੀਦੀ, ਇਹ ਮਾਮੂਲੀ ਕੰਮ ਤਾਂ ਕੋਈ ਆਮ ਜਿਹਾ ਬੰਦਾ ਵੀ ਕਰ ਸਕਦਾ। ਤੁਹਾਡੀ ਨਜ਼ਰ ਵਿੱਚ ਜੇ ਕੋਈ ਐਸਾ ਮਨੁੱਖ ਹੋਵੇ ਤਾਂ ਉਹਨੂੰ ਲੈ ਆਵੋ, ਉਹ ਤੁਹਾਡੇ ਸਾਰੇ ਸ਼ੰਕੇ ਵੀ ਨਿਵਰਤ ਕਰੇਗਾ ਅਤੇ ਸ਼ਲੋਕਾਂ ਦੀ ਕਥਾ ਵੀ ਕਰਸੀ। ਪੰਡਤ ਲਾਲ ਚੰਦ ਖੁਸ਼ੀ ਦੇ ਮਾਰੇ ਛਾਲਾ ਮਾਰਦਾ ਪਿੰਡ ਪੰਜੋਖਰਾ ਵਿੱਚ ਗਿਆ ਤੇ ਭਾਈ ਛੱਜੂ ਨਾਂ ਦੇ ਇੱਕ ਸੱਜਣ ਪੁਰਸ਼ ਨੂੰ, ਜੋ ਗੂੰਗਾ ਵੀ ਸੀ ਅਤੇ ਬੋਲਾ ਵੀ ਸੀ, ਫੜ ਲਿਆਇਆ। ਗੁਰੂ ਹਰਕ੍ਰਿਸ਼ਨ ਸਾਹਿਬ ਨੇ ਭਾਈ ਛੱਜੂ ਜੀ ਦੇ ਸੀਸ ਉੱਪਰ ਆਪਣੀ ਛੜੀ ਰੱਖੀ ਤੇ ਫਰਮਾਇਆ, ਭਾਈ ਛੱਜੂ ਜੀ, ਪੰਡਤ ਜੀ ਨੂੰ ਆਪਣੇ ਗਿਆਨ ਦਾ ਅਭਿਮਾਨ ਹੋ ਗਿਆ ਹੈ। ਆਪ ਜੀ ਕਿਰਪਾ ਕਰੋ, ਸ਼੍ਰੀਮਦ ਭਾਗਵਤ ਗੀਤਾ ਦੇ ਸ਼ਲੋਕਾਂ ਦੀ ਕਥਾ ਕਰਕੇ ਪੰਡਤ ਜੀ ਦਾ ਅਭਿਮਾਨ ਦੂਰ ਕਰੋ। ਇੰਨੇ ਰਬਾਨੀ ਬਚਨ ਸੁਣਦਿਆਂ ਸਾਰ ਭਾਈ ਛੱਜੂ ਜੀ ਨੂੰ ਗੁਰੂ ਸਾਹਿਬ ਦੇ ਬੋਲ ਸੁਣੇ, ਯਾਨੀ ਉਹ ਕੰਨਾਂ ਤੋਂ ਸੁਣਨ ਲੱਗ ਪਿਆ ਤੇ ਜ਼ੁਬਾਨ ਤੋਂ ਬੋਲਣ ਵੀ ਲੱਗ ਪਿਆ। ਇੱਥੇ ਹੀ ਬਸ ਨਹੀਂ, ਪੰਡਤ ਲਾਲ ਚੰਦ ਗੀਤਾ ਦੇ ਸ਼ਲੋਕ ਪੜ੍ਹਦਾ ਗਿਆ
ਤੇ ਭਾਈ ਛੱਜੂ ਦੀ ਭਰਪੂਰ ਸੰਗਤਾਂ ਦੀ ਹਾਜ਼ਰੀ ਵਿੱਚ ਭਰਪੂਰ ਸ਼ਬਦਾਵਲੀ ਦੇ ਨਾਲ ਵਿਆਖਿਆ ਕਰਦੇ ਗਏ। ਹੁਣ ਪੰਡਿਤ ਲਾਲ ਚੰਦ ਹੈਰਾਨ ਸੀ, ਥੋੜਾ ਜਿਹਾ ਪਰੇਸ਼ਾਨ ਸੀ, ਕਿਉਂਕਿ ਹੁਣ ਉਹਦਾ ਗੁਮਾਨ ਚੂਰ ਚੂਰ ਹੋ ਚੁੱਕਾ ਸੀ। ਅਖੀਰ ਵਿੱਚ ਉਸਨੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪਾਵਨ ਚਰਨਾਂ ਉੱਪਰ ਸੀਸ ਰੱਖ ਕੇ ਆਪਣੀ ਭੁੱਲ ਦੀ ਮਾਫੀ ਮੰਗ ਕੇ ਗੁਰਸਿੱਖ ਬਣਿਆ। ਗਿਆਨ ਦੇ ਮਗਰੋਂ ਵੀ ਅਗਿਆਨ, ਘੁੱਪ ਹਨੇਰਾ ਦੁਨੀਆ ਸਾਰੀ, ਦਿਲੀ ਸਕੂਨ ਕਿਧਰੇ ਨਾ ਮਿਲਦਾ, ਲੱਭ ਲੱਭ ਕੇ ਦੁਨੀਆ ਹਾਰੀ। ਮਿਲੇ ਗੁਰੂ ਹਰਕ੍ਰਿਸ਼ਨ ਜੀ ਵਰਗਾ, ਮਿੱਠੀ ਠੋਕਰ ਅਜਬ ਕਰਾਰੀ। ਮਿਹਰ ਗੁਰੂ ਆਹਾ ਮਿਹਰ ਗੁਰੂ ਦਿਲ ਚਾਨਣ ਜ਼ਖਮੀ, ਗਿਆਨ ਕਿਤਾਬੀ ਦੁਨੀਆਦਾਰੀ। ਗਿਆਨ ਦੇ ਮਗਰੋਂ ਵੀ ਅਗਿਆਨ, ਘੁੱਪ ਹਨੇਰਾ ਦੁਨੀਆ ਸਾਰੀ, ਦਿਲੀ ਸਕੂਨ ਕਿਧਰੇ ਨਾ ਮਿਲਦਾ, ਲੱਭ ਲੱਭ ਕੇ ਦੁਨੀਆ ਹਾਰੀ। ਮਿਲੇ ਗੁਰੂ ਹਰਕ੍ਰਿਸ਼ਨ ਜੀ ਵਰਗਾ, ਮਿੱਠੀ ਠੋਕਰ ਅਜਬ ਕਰਾਰੀ। ਮਿਹਰ ਗੁਰੂ ਦਿਲ ਚਾਨਣ ਜ਼ਖਮੀ, ਗਿਆਨ ਕਿਤਾਬੀ ਦੁਨੀਆਦਾਰੀ। I would like to speak few words about Guru Harkrishan Sahib for our young generation and English-speaking friends. Guru Harkrishan Sahib was the eighth of the 10 Sikh Gurus. At the age of 5, he became the youngest Guru in Sikhism on 7th October 1661, succeeding his father Guru Harai Sahib. He contracted smallpox in 1664 and died before reaching his 8th birthday. It is said that he died because he contracted smallpox while successfully curing his followers. He is also known as Bal Guru. He is remembered in the Sikh tradition for saying Guru Baba Bakale before dying, which Sikhs interpreted to identify his grand uncle Guru Tegh Bahadur Sahib as the next successor. Guru Harkrishan was born in Kiratpur to Guru Harai Sahib and Mata Krishan Kaur Ji. His family belonged to the Sodhi. His father, Guru Harai Sahib, helped Dara Shikoh, who was fighting for the succession of the Mughal Empire throne. After Aurangzeb won the succession, he summoned Guru Harai Sahib to explain his support to Dara Shikoh. Guru Harai Sahib sent his elder son Ram Rai to represent him. Aurangzeb questioned Ram Rai about the verse in Asa Diwar. Ram Rai changed the verse to appease the Aurangzeb, an act for which Guru Harai Sahib excommunicated his elder son and nominated Harkrishan to succeed as the next Guru of Sikhism. Another interesting story. I'm sure you like it. Another interesting Sakhi or story about Guru Harkrishan Sahib. Once on the way to Delhi from Punjab, Guru Harkrishan Sahib was staying at Panjukra near present-day Ambala city. Gurdwara Panjukra Sahib is situated at this place now. A very learned Pandit by the name of Lal Chand, nothing that the Guru name was similar to that of Lord Krishna, come visiting with the intent to test him on the knowledge of Bhagavad Gita by asking the meaning of a few slokas. The Guru Harkrishan Sahib, with the intention to cure him of his pride, said that Lal Chand did not need the Guru for this task, and anyone could do that. On hearing this, Lal Chand brought a mute and ignorant
water carrier named Bhai Chhajuji. The Guru placed his stick on Chhajuji's head. A world famous Sikh historian, scholar, Mr. Arthur MacAuliffe from Ireland writes this Sakhi in his book, The Sikh Religion. The Brahman Lal Chand and the water carrier gave accordingly began to discuss, and the water carrier gave such learned replies that the Brahman stood in astonished silence before the Guru. He accordingly begged Guru Harai Krishna Sahib pardon for his mistake and became the Guru's disciple. Thank you. ਸਿੱਖ ਚੈਨਲ ਦੇ ਪਿਆਰੇ ਦਰਸ਼ਕੋ, ਕੱਲ ਜਦੋਂ ਅੱਜ ਦੇ ਇਸ ਪ੍ਰੋਗਰਾਮ ਨੂੰ ਤਰਤੀਬ ਦੇ ਰਿਹਾ ਸੀ ਤਾਂ ਸਾਡੇ ਉਸਤਾਦ ਜੀ ਰਿਟਾਇਰਡ ਪ੍ਰਿੰਸੀਪਲ ਡਾਕਟਰ ਇੰਦਰਜੀਤ ਸਿੰਘ ਵਾਸੂ MA MPhil PhD ਹੋਰਾਂ ਦਾ ਫਗਵਾੜਾ ਇੰਡੀਆ ਤੋਂ ਫੋਨ ਆਇਆ। ਹੁਣ ਵੀ 5 ਮਿੰਟ ਪਹਿਲਾਂ ਚੱਲਦੇ ਸ਼ੋਅ ਵਿੱਚ ਉਹਨਾਂ ਦੀ ਕਾਲ ਆ ਰਹੀ ਸੀ। ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਕੱਲ ਦੇ ਸਿੱਖ ਚੈਨਲ ਤੋਂ ਪ੍ਰੋਗਰਾਮ ਕਰ ਰਿਹਾ 8ਵੇਂ ਪਾਤਸ਼ਾਹ ਦਾ, ਤਾਂ ਉਹਨਾਂ ਨੇ ਅੱਜ ਦੇ ਇਸ ਪ੍ਰੋਗਰਾਮ ਵੌਇਸ ਆਫ ਯਾਰਕਸ਼ਾਇਰ ਵਿੱਚ ਗੈਸਟ ਅਪੀਅਰੈਂਸ ਵਜੋਂ ਬਚਨ ਕੀਤਾ। ਕਹਿਣ ਲੱਗੇ, ਗੁਰੂ ਹਰਕ੍ਰਿਸ਼ਨ ਸਾਹਿਬ ਦੀ ਇੰਨੀ ਛੋਟੀ ਉਮਰ ਵਿੱਚ ਇੰਨੀ ਗਹਿਰੀ ਸੂਝ, ਸਿਆਣਪ, ਦਲੇਰੀ ਅਤੇ ਦੂਰਅੰਦੇਸ਼ੀ। ਭਾਈ ਵਾਹ, ਕਿੰਨੀ ਵੱਡੀ ਗੱਲ ਕਹਿਤੀ। ਇੰਨੀ ਗਹਿਰੀ ਸੂਝ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਇੰਨੀ ਛੋਟੀ ਉਮਰ ਵਿੱਚ ਇੰਨੀ ਗਹਿਰੀ ਸੂਝ, ਸਿਆਣਪ, ਦਲੇਰੀ ਅਤੇ ਦੂਰ ਅੰਦੇਸ਼ੀ ਦੀ ਕੀ ਗੱਲ ਕਰੀਏ। ਲਾਜਵਾਬ ਸਨ, ਲਾਸਾਨੀ ਸਨ। ਕਹਿੰਦੇ ਸਰਦਾਰ ਹਰਨਾਮ ਸਿੰਘ ਸ਼ਾਨ ਆਪਣੀ ਕਿਤਾਬ ਚੜ੍ਹਦੀ ਕਲਾ ਅਤੇ ਚੜ੍ਹਦੀ ਕਲਾ ਦੇ ਪੁੰਜ ਵਿੱਚ ਲਿਖਦੇ ਹਨ, ਗੁਰੂ ਹਰਕ੍ਰਿਸ਼ਨ ਸਾਹਿਬ ਨੇ ਆਪਣੇ ਪਿਤਾ ਗੁਰੂ ਹਰਿਰਾਏ ਸਾਹਿਬ ਨਾਲ ਕੀਤਾ ਬਚਨ ਪੁਗਾਇਆ, ਬਚਨ ਪ੍ਰੋਮਿਸ, ਅਤੇ ਬੜੀ ਦਲੇਰੀ ਨਾਲ ਸਮੇਂ ਦੇ ਕਰੂਰ ਬਾਦਸ਼ਾਹ ਔਰੰਗਜ਼ੇਬ ਨੂੰ ਆਪਣੇ ਦਰਵਾਜ਼ੇ ਤੇ ਆਏ ਨੂੰ ਵੀ ਦਰਸ਼ਨ ਨਹੀਂ ਦਿੱਤਾ। ਉਹਦਾ ਕਾਰਨ ਮੈਂ ਪਿੱਛੇ ਇਸ਼ਾਰਾ ਕੀਤਾ ਸੀ, ਮੈਂ ਅਗਾਂਹ ਦੱਸਾਂਗਾ। ਉਹ ਉਸਤਾਦ ਜੀ ਦੱਸ ਰਹੇ ਹਨ। ਕਹਿੰਦੇ ਪਿਤਾ ਗੁਰੂ ਜੀ ਦੇ ਇਹ ਅਨਮੋਲ ਬੋਲ ਸਨ। ਜਦੋਂ ਘਰੋਂ ਗਏ ਦਿੱਲੀ ਨੂੰ ਤਾਂ ਪਿਤਾ ਗੁਰੂ ਹਰਿਰਾਏ ਸਾਹਿਬ ਨੇ ਉਹਨਾਂ ਨੂੰ ਇਹ ਉਪਦੇਸ਼ ਦਿੱਤਾ ਸੀ ਕਿ ਕਹਿਣ ਲੱਗੇ, ਨਾ ਤੁਰਕ ਕੋ ਦਰਸ਼ਨ ਦੇਵਣਾ ਹੈ, ਨਾ ਤੁਰਕ ਕਾ ਦਰਸ਼ਨ ਲੇਵਣਾ ਹੈ। ਮੈਂ ਸ਼ੋਰ ਤਾਂ ਨਹੀਂ, ਜੋ ਤੱਕ ਮੇਰਾ ਖਿਆਲ ਹੈ ਇਹ ਲਾਈਨਾਂ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਹੋ ਸਕਦੀਆਂ ਹਨ। 7ਵੇਂ ਪਾਤਸ਼ਾਹ ਦੇ ਬੋਲ ਸਨ, ਬਚਨ ਸੀ 8ਵੇਂ ਗੁਰੂ ਜੀ ਨੂੰ, ਨਾ ਤੁਰਕ ਕੋ ਦਰਸ਼ਨ ਦੇਵਣਾ ਹੈ, ਨਾ ਤੁਰਕ ਕਾ ਦਰਸ਼ਨ ਲੇਵਣਾ ਹੈ। ਵਾਹ ਵਾਹ, ਕੀ ਬਾਤ ਹੈ। ਥੈਂਕ ਯੂ ਉਸਤਾਦ ਜੀ, ਬਹੁਤ ਧੰਨਵਾਦ ਆਪ ਜੀ ਦਾ। ਇੱਕ ਹੋਰ ਗੱਲ, ਆਖਰੀ ਗੱਲ, ਪਿਛਲੇ ਸਾਲ ਮੈਂ ਲੀਡਸ ਰੋਡ ਬਰੈਡਫੋਰਡ ਵਿੱਚ ਸ਼ਾਪਿੰਗ ਕਰ ਰਿਹਾ ਸੀ ਕਿ ਅਚਾਨਕ ਸਾਡੇ ਬੱਚਿਆਂ ਦੇ ਸਵਰਗਵਾਸੀ ਟੀਚਰ ਸਰਦਾਰ ਅਜੀਤ ਸਿੰਘ ਢਿੱਲੋਂ ਹੋਰਾਂ ਦੇ ਬੇਟੇ ਮਿਲੇ ਤੇ ਕਹਿਣ ਲੱਗੇ, ਅੰਕਲ ਜੀ ਅਸੀਂ ਸਿੱਖ ਚੈਨਲ ਤੇ ਤੁਹਾਡਾ ਸ਼ੋਅ ਵੌਇਸ ਆਫ ਯਾਰਕਸ਼ਾਇਰ ਦੇਖਦੇ ਹਾਂ। ਇਟਸ ਵੈਰੀ ਨਾਈਸ ਐਂਡ ਇੰਟਰਸਟਿੰਗ। ਕਈ ਵਾਰੀ ਤੁਹਾਨੂੰ ਮਿਲਣ ਵਾਸਤੇ ਸੋਚਿਆ, ਪਰ ਕੀ ਕਰੀਏ, ਐਜ਼ ਯੂ ਨੋ ਵੀ ਆਰ ਟੂ ਬਿਜ਼ੀ, ਹੈਵ ਨੋ ਟਾਈਮ। ਐਕਚੁਅਲੀ ਅੰਕਲ ਸਾਡੇ ਕੋਲ ਡੈਡੀ ਜੀ ਦੀਆਂ ਬਹੁਤ ਸਾਰੀਆਂ ਕਿਤਾਬਾਂ ਪਈਆਂ। ਯੂ ਆਰ ਲਿਟਰੇਰੀ ਪਰਸਨ, ਜੇ ਲੈ ਜਾਓ ਤਾਂ ਪਲੀਜ਼ ਬਹੁਤ ਮਿਹਰਬਾਨੀ ਹੋਊ। ਸਿੱਖ ਚੈਨਲ ਦੇ ਪਿਆਰੇ ਦਰਸ਼ਕੋ, ਮੈਂ ਟਾਈਮ ਬਣਾ ਕੇ ਕਿਤਾਬਾਂ ਲੈ ਆਇਆ ਜੋ ਹੁਣ ਮੇਰੀ ਨਿੱਜੀ ਲਾਇਬ੍ਰੇਰੀ ਦਾ ਸ਼ਿੰਗਾਰ ਹਨ। ਇਹ ਬੜੀ ਮਜ਼ੇਦਾਰ ਗੱਲ ਹੈ ਕਿ ਸ਼ਾਇਦ ਤੁਸੀਂ ਹੈਰਾਨ ਹੋਵੋ ਕਿ ਢਿੱਲੋਂ ਸਾਹਿਬ ਦੀਆਂ ਕੀਮਤੀ ਕਿਤਾਬਾਂ ਵਿੱਚੋਂ ਸਾਨੂੰ ਬਾਬੂ ਫਿਰੋਜ਼ਦੀਨ ਸ਼ਰਫ ਜੀ ਦੀ ਇੱਕ ਇਤਿਹਾਸਕ ਕਵਿਤਾਵਾਂ ਦੀ ਕਿਤਾਬ ਨੂਰੀ ਦਰਸ਼ਨ, ਕਿਤਾਬ ਦਾ ਨਾਮ ਹੈ ਨੂਰੀ ਦਰਸ਼ਨ, ਬਾਬੂ ਫਿਰੋਜ਼ਦੀਨ ਜੀ ਦੀ ਲਿਖੀ ਹੋਈ, ਉਹਦੇ ਵਿੱਚੋਂ ਮੈਂ ਤੁਹਾਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਇੱਕ ਨਜ਼ਮ ਸੁਣਾ ਰਿਹਾ। ਸ਼ਰਫ ਜੀ ਲਿਖਦੇ ਹਨ, ਇੱਕ ਦਿਨ ਰਾਜੇ ਜੈ ਸਿੰਘ ਆਕੇ ਅਰਜ਼ ਗੁਜ਼ਾਰੀ ਸੀਸ ਨਿਵਾ ਕੇ, ਰਾਣੀ ਮੇਰੀ ਤਰਲੇ ਕਰਦੀ
ਦਰਸ਼ਨ ਬਦਲੇ ਹੈ ਉਹ ਮਰਦੀ, ਗੁਰੂ ਜੀ ਇਹ ਉਪਕਾਰ ਕਮਾਓ, ਉਹਨੂੰ ਵੀ ਚਲ ਦੀਦ ਕਰਾਓ। ਕਿਸ਼ਨ ਕੌਰ ਦੇ ਰਾਜ ਦੁਲਾਰੇ, ਬੋਲੇ ਅੱਗੋਂ ਗੁਰੂ ਪਿਆਰੇ, ਪੂਰੀਆਂ ਹੋਸਣ ਤੇਰੀਆਂ ਆਸਾਂ, ਤੇਰੇ ਮਹਿਲੀ ਵੀ ਕੱਲ ਆਸਾਂ। ਚਾਈ ਚਾਈ ਰਾਜਾ ਆਇਆ, ਮਹਿਲਾਂ ਦੇ ਵਿੱਚ ਆਣ ਸੁਣਾਇਆ, ਖੂਬ ਸਜਾਓ ਧੌਲਰ ਸਾਰਾ, ਆਵੇਗਾ ਕੱਲ ਗੁਰੂ ਪਿਆਰਾ। ਧੌਲਰ ਜਾਣੀ ਮਹਿਲ। ਉਪਕਾਰਾਂ ਦੀਆਂ ਝੜੀਆਂ ਲਾਵਣ, ਉਜੜੇ ਹੋਏ ਬਾਗ ਖਿੜਾਵਣ। ਪਟਰਾਣੀ ਦੇ ਦਿਲ ਵਿੱਚ ਆਈ, ਰਾਜੇ ਇੰਨੀ ਸਿਫਤ ਸੁਣਾਈ, ਮੈਂ ਵੀ ਉਹਨੂੰ ਕੱਲ ਅਜ਼ਮਾਵਾਂ, ਗੋਲੀ ਬਣ ਕੇ ਭੇਸ ਵਟਾਵਾਂ। ਨਿੱਕਾ ਜਿਹਾ ਉਹ ਚੰਦ ਦੁਬਾਲਾ, ਜੇ ਹੋਵੇਗਾ ਕਰਨੀ ਵਾਲਾ, ਤਾਂ ਤੇ ਮੈਨੂੰ ਜਾਣ ਲਵੇਗਾ, ਅੱਖਾਂ ਦੇ ਵਿੱਚ ਛਾਣ ਲਵੇਗਾ। ਫਿਰ ਦਿਨ ਚੜਿਆ ਤੇ ਗੁਰੂ ਪਿਆਰੇ, ਆ ਗਏ ਮਹਿਲੀ ਦੇਣ ਨਜ਼ਾਰੇ। ਇਹ ਗੁਰਦੁਆਰਾ ਬੰਗਲਾ ਸਾਹਿਬ ਜਿੱਥੇ ਅੱਜ ਹੈ, ਉਸ ਥਾਂ ਦੀ ਗੱਲ ਹੈ। ਪਟਰਾਣੀ ਵੀ ਭੇਸ ਵਟਾ ਕੇ, ਬਾਂਦੀ ਵਾਲੇ ਕੱਪੜੇ ਪਾ ਕੇ, ਬਾਂਦੀ ਜਾਣੀ ਨੌਕਰਾਣੀ। ਪਟਰਾਣੀ ਵੀ ਭੇਸ ਵਟਾ ਕੇ, ਬਾਂਦੀ ਵਾਲੇ ਕੱਪੜੇ ਪਾ ਕੇ, ਬਹਿ ਗਈ ਗੋਲੀਆਂ ਅੰਦਰ ਜਾ ਕੇ, ਸਾਰੇ ਆਪਣਾ ਆਪ ਲੁਕਾ ਕੇ। ਜਾਣੀ ਜਾਣ ਜਦੋਂ ਉਹ ਆਏ, ਆ ਰਾਣੀ ਦੇ ਮਤਲਬ ਪਾਏ, ਉਹਦੇ ਦਿਲ ਦੀ ਗੱਲ ਬੁੱਝ ਗਏ। ਸਭਨਾ ਵੱਲੇ ਨਜ਼ਰਾਂ ਪਾਉਂਦੇ, ਸੋਟੀ ਲਾ ਲਾ ਆਂਦੇ ਜਾਂਦੇ, ਇਹ ਨਹੀਂ ਰਾਣੀ, ਇਹ ਨਹੀਂ ਰਾਣੀ, ਇਹ ਵੀ ਹੈ ਕੋਈ ਹੋਰ ਸਵਾਣੀ। ਲੁਕੀ ਹੋਈ ਉਹ ਨੇਕ ਸਵਾਣੀ, ਫੜ ਲਈ ਏਦਾਂ ਓਟ ਕਰਾਣੀ। ਪੱਟ ਉੱਤੇ ਜਾ ਬੈਠੇ ਪਿਆਰੇ, ਆਖਣ ਲੱਗੇ ਰਾਜ ਦੁਲਾਰੇ, ਹੈ ਨਾ ਲੱਭ ਲਿਆ ਮੈਂ ਤੈਨੂੰ, ਹੁਣ ਤੇ ਮੰਨੇਗੀ ਨਾ ਮੈਨੂੰ। ਵੇਖ ਕਰਾਮਤ ਇਹ ਪਟਰਾਣੀ। ਕਰਾਮਤ, ਕਰਾਮਾਤ, ਇਹ ਸ਼ਬਦ 3 ਤਰੀਕਿਆਂ ਦਾ ਆਉਂਦਾ ਹੈ। ਕਰਾਮਾਤ, ਕਰਾਮਤ ਅਤੇ ਕਰਾਮਾਤ। ਵੇਖ ਕਰਾਮਤ ਇਹ ਪਟਰਾਣੀ, ਚਰਨੀ ਡਿੱਗੀ ਹੋ ਨਿਤਾਣੀ। ਰੋ ਰੋ ਗੁੱਜਾ ਹਾਲ ਸੁਣਾਇਆ, ਆਖੇ ਜਿਉਂ ਇਹ ਭਰਮ ਮਿਟਾਇਆ। ਉਦਾਂ ਹੀ ਹੁਣ ਆਸ ਪੁਚਾਓ, ਘਰ ਮੇਰੇ ਕੋਈ ਬੂਟਾ ਲਾਓ। ਧੀ ਪੁੱਤਰ ਕੋਈ ਹੈ ਨਹੀਂ ਮੇਰਾ, ਬਾਦ ਚਰਾਗੋ ਮਹਿਲ ਹਨੇਰਾ। ਹਾਲ ਅਹਿਵਾਲ ਉਹਦੇ ਸੁਣ ਸਾਰੇ, ਖਿੜ ਖਿੜ ਹੱਸੇ ਗੁਰੂ ਪਿਆਰੇ। ਮੌਜਾਂ ਅੰਦਰ ਬਖਸ਼ ਆਈ, ਰੁੜਦੀ ਬੇੜੀ ਬੰਨੇ ਲਾਈ। ਸ਼ਰਫ ਕਬੂਲ ਹੋਈਆਂ ਫਰਿਆਦਾਂ, ਮਿਲੀਆਂ ਉਹਨੂੰ ਕੁੱਲ ਮੁਰਾਦਾਂ। ਸ਼ਰਫ ਕਬੂਲ ਹੋਈਆਂ ਫਰਿਆਦਾਂ, ਮਿਲੀਆਂ ਉਹਨੂੰ ਕੁੱਲ ਮੁਰਾਦਾਂ। ਯਾਨੀ ਕਿ ਔਲਾਦ ਨਹੀਂ ਸੀ ਰਾਜਾ ਜੈ ਸਿੰਘ ਅਤੇ ਰਾਣੀ ਦੇ ਘਰ ਵਿੱਚ। 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਆਸ਼ੀਰਵਾਦ ਨਾਲ ਉਹਨਾਂ ਦੇ ਘਰ ਵਿੱਚ ਇਤਿਹਾਸ ਹੋਈ। ਆਖਰੀ 1 ਮਿੰਟ। ਸਿੱਖ ਇਤਿਹਾਸ ਬੋਲਦਾ ਹੈ ਕਿ ਰਾਮ ਰਾਏ ਜੀ ਦੀ ਸ਼ਿਕਾਇਤ ਤੇ ਔਰੰਗਜ਼ੇਬ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਦਿੱਲੀ ਬੁਲਾਇਆ। ਉਹਨਾਂ ਦਿਨਾਂ ਵਿੱਚ ਦਿੱਲੀ ਵਿੱਚ ਚੇਚਕ ਦੀ ਲਾ ਇਲਾਜ ਬਿਮਾਰੀ ਫੈਲੀ ਹੋਈ ਸੀ। ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕਿਰਪਾ ਕਰਕੇ ਬਹੁਤ ਸਾਰੇ ਪ੍ਰਾਣੀਆਂ ਨੂੰ ਸ਼ਫਾ ਬਖਸ਼ੀ। ਅਖੀਰ ਆਪ ਵੀ ਚੇਚਕ ਨਾਲ 30 ਮਾਰਚ ਸਨ 1664 ਈਸਵੀ ਨੂੰ ਜੋਤੀ ਜੋਤ ਸਮਾਏ। ਦਿੱਲੀ ਵਿੱਚ ਆਪ ਦਾ ਦੇਹਰਾ ਬਾਲਾ ਸਾਹਿਬ ਸ਼ੋਭਾਇਮਾਨ ਹੈ। ਇਹ ਦਿੱਲੀ ਦਰਵਾਜ਼ੇ ਤੋਂ ਬਾਹਰ ਗੁਰਦੁਆਰਾ ਸੀਸਗੰਜ ਸਾਹਿਬ ਤੋਂ 4 ਮੀਲ ਦੀ ਵਿੱਥ ਤੇ ਹੈ। ਇੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਸੰਸਕਾਰ ਹੋਇਆ ਸੀ। ਦੂਸਰਾ ਪਾਵਨ ਯਾਦਗਾਰੀ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵੀ ਦਿੱਲੀ ਵਿੱਚ ਹੀ ਹੈ, ਜਿੱਥੇ ਰੋਜ਼ਾਨਾ ਬੇਅੰਤ ਸੰਗਤਾਂ ਦੀਆਂ ਰੌਣਕਾਂ ਲੱਗਦੀਆਂ ਹਨ। ਕਥਾ ਕੀਰਤਨ ਤੇ ਅਤੁੱਟ ਲੰਗਰ ਚੱਲਦੇ ਹਨ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ 2 ਸਾਲ 5 ਮਹੀਨੇ 26 ਦਿਨ ਗੁਰਗੱਦੀ ਦੀ ਸੇਵਾ ਨਿਭਾਈ। ਆਪ ਜੀ ਦੀ ਸਾਰੀ ਅਵਸਥਾ 7 ਸਾਲ 8 ਮਹੀਨੇ 26 ਦਿਨ ਸੀ। ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਫਰਮਾਨ ਹੈ, ਅਰਜਨ ਹਰ ਗੋਬਿੰਦਨੋ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁੱਖ ਜਾਏ। ਸਮਾਂ ਸੰਪੂਰਨ ਹੈ ਜੀ। ਸਿੱਖ ਚੈਨਲ ਦੇ ਪਿਆਰੇ ਦਰਸ਼ਕੋ, ਹੋਈਆਂ ਭੁੱਲਾਂ ਦੀ ਮਾਫੀ ਮੰਗਦਾ ਹਾਂ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਇੱਕ ਬੇਨਤੀ, ਜਿਗਰੇ ਨਾਲ, ਫਰਾਖਦਿਲੀ ਨਾਲ, ਵੱਡਾ ਦਿਲ ਰੱਖ ਕੇ ਹੌਸਲਾ ਅਫਜ਼ਾਈ ਕਰਿਆ ਕਰੋ। ਸ਼ਾਇਰ ਦਿਲ ਦੀ ਗੱਲ ਕਰਾਂ, ਬਰੀਕ ਜਿਹੀ ਗੱਲ ਆ, ਸਮਝ ਜਾਓਗੇ। ਅਸੀਂ ਸੰਗਤਾਂ ਦੀ ਚਰਨ ਧੂੜ ਹਾਂ, ਪਰ ਜੇ ਇਹ ਧੂੜ ਸੰਗਤਾਂ ਦੀ ਹੌਸਲਾ ਅਫਜ਼ਾਈ ਦੀ ਹਵਾ ਮਿਲ ਜਾਏ, ਚਰਨ ਧੂੜ ਨੂੰ ਸੰਗਤਾਂ ਦੀ ਹੌਸਲਾ ਅਫਜ਼ਾਈ ਦੀ
ਹਵਾ ਮਿਲ ਜਾਵੇ ਤਾਂ ਇਹ ਧੂੜ 7ਵੇਂ ਅਸਮਾਨ ਤੱਕ ਪਹੁੰਚ ਸਕਦੀ ਹੈ, ਯਾਨੀ ਵਿੱਚ ਸੰਗਤ ਹਰ ਪ੍ਰਵਸ ਜੀਓ। ਧੰਨਵਾਦ ਟੈਕਨੀਕਲ ਟੀਮ ਵੱਲੋਂ ਕੁਮਾਰ ਕਾਰਤਿਕ ਸਾਹਿਬ ਦਾ। ਭੁੱਲ ਚੁੱਕ ਦੀ ਮਾਫੀ। ਫੀਡਬੈਕ ਦੇ ਸਕਦੇ ਹੋ, ਕਮੈਂਟਸ ਕਰ ਸਕਦੇ ਹੋ WhatsApp ਤੇ, YouTube ਤੇ ਬਰਿੰਦਰ ਸਿੰਘ ਜ਼ਖਮੀ, ਅਤੇ ਈਮੇਲ ਕਰੋ barinder_singh_7@hotmail.co.uk। ਹੋਪਫੁਲੀ ਮਿਲਦੇ ਹਾਂ ਅਗਲੇ ਹਫਤੇ। ਕੁਮਾਰ ਕਾਰਤਿਕ ਸਾਹਿਬ ਦਾ ਬਹੁਤ 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 ਧੰਨਵਾਦ। ਬੜੇ ਵਧੀਆ ਤਰੀਕੇ ਨਾਲ ਪ੍ਰੋਗਰਾਮ ਨੂੰ ਪਰੋਸਦੇ ਹਨ। ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ। ਹੋਪਫੁਲੀ ਮਿਲਦੇ ਹਾਂ ਅਗਲੇ ਹਫਤੇ। ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।